फैसला सरकार ने लिता इंडियन गवर्नमेंट ने कि 2000 रुपीज़ के ਜਿਹੜੇ ਨੋਟ ਹੈ ਉਹ ਬੰਦ ਕਰਨ ਜਾ ਰਹੇ 30 ਸਤੰਬਰ ਤੱਕ ਜਿਹਦੇ ਕੋਲ ਵੀ ਜਿੰਨੇ 2000 ਦੇ ਨੋਟ ਹੈ ਉਹ ਸਾਰੇ ਦੇ ਸਾਰੇ ਬੈਂਕਾਂ 'ਚ ਜਮ੍ਹਾਂ ਕਰਵਾ ਦਿਓ। ਲੀਗਲ ਟੈਂਡਰ ਰਹੇਗਾ ਜਾਂ ਨਹੀਂ ਰਹੇਗਾ ਇਹਦਾ ਫੈਸਲਾ ਸਰਕਾਰ ਨੇ ਆਰਬੀ ਕਰੇਗੀ 30 ਸਤੰਬਰ ਨੂੰ ਜਾ ਕੇ ਕੀਤਾ। ਫਿਰ ਤੁਸੀਂ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਵੀ ਚੇਂਜ ਨਹੀਂ ਕਰਵਾ ਸਕਦੇ, ਐਕਸਚੇਂਜ ਨਹੀਂ ਕਰਵਾ ਸਕਦੇ। ਹੁਣ ਜਿਨ੍ਹਾਂ ਕੋਲ ਆਧਾਰ ਕਾਰਡ ਹੈਗੇ ਹੈ ਐਨਆਰਆਈਜ਼ ਕੋਲ ਉਹ ਕੀ ਲੀਗਲ ਉਹਨੂੰ ਰੱਖ ਸਕਦੇ ਹੈ? ਔਰ ਜਿਹੜੇ ਐਨਆਰਆਈਜ਼ ਹੈ ਕਿਉਂਕਿ ਜਦ ਟਰੈਵਲ ਕਰਦੇ ਥੋੜਾ ਜਿਹਾ ਕੈਸ਼ ਆਪਣੇ ਕੋਲ ਰੱਖ ਲੈਂਦੇ, ਅਗਰ ਉਹਨਾਂ ਕੋਲ ਨੋਟ ਹੈਗੇ 2000 ਦੇ ਤਾਂ ਕੀ ਕਰਨ? ਉਹ इसकी टाइम पीरियड बहुत लंबा है, 19 मई को लेकर 30 सितंबर तक का पीरियड है। लोगों को उन्हें 2000 के नोट दी जगह केड़ा नोट कोई आएगा नहीं आएगा एक किसी ਨੂੰ ਗਿਆਨ ਨਹੀਂ ਹੈ। ਤੇ ਪਿਛਲੇ 12 ਮਹੀਨੇ ਜਿਸ ਦਿਨ ਐਪਲੀਕੇਸ਼ਨ ਦੇਣੀ ਪਿਛਲੇ 12 ਮਹੀਨੇ ਚ ਉਹਨਾਂ ਨੂੰ ਉੱਥੇ 182 ਦਿਨ ਰਹਿਣਾ ਜ਼ਰੂਰੀ ਹੈ। ਐਤਕੀ ਸਰਕਾਰ ਨੇ ਆਇਡੈਂਟੀਟੀ ਨਹੀਂ ਮੰਗੀ ਲੋਕਾਂ ਦੀ। ਅਗਰ ਇਲੀਗਲ ਟੈਂਡਰ ਰਿਹਾ ਤੇ 30 ਸਤੰਬਰ ਤੋਂ ਬਾਅਦ ਵੀ ਜਾ ਕੇ ਲੋਕ ਰਿਜ਼ਰਵ ਬੈਂਕ ਤੋਂ ਜਾ ਕੇ ਐਕਸਚੇਂਜ ਕਰ ਸਕਦੇ, ਬੈਂਕਾਂ ਤੋਂ ਐਕਸਚੇਂਜ ਨਹੀਂ ਕਰ ਸਕਦੇ। ਔਰ ਪੈਸਾ ਕੈਨੇਡਾ ਲੈ ਕੇ ਆਣਾ ਜਾਂ ਓਵਰਸੀਜ਼ ਲੈ ਕੇ ਆਣਾ ਤਾਂ ਕੀ ਪ੍ਰੋਸੈਸ ਹੈ? ਸਿੰਪਲ ਕਿ ਜਿਹੜੀ ਤੁਹਾਡੀ ਕਾਸਟ ਹੈ ਉਹਦੀ ਇੰਡੈਕਸੇਸ਼ਨ ਕਰਕੇ ਤੁਸੀਂ ਉਹਦਾ ਬੈਨੀਫਿਟ ਲੈ ਲਓ। ਔਰ ਫਿਰ ਅਗਰ ਤੁਸੀਂ ਇਨਕਮ ਟੈਕਸ ਆਫਿਸਰ ਨੂੰ ਪ੍ਰੂਵ ਕਰ ਦਿੰਦੇ ਹੋ ਕਿ ਮੇਰਾ ਤਾਂ ਲੋਡ ਟੈਕਸ ਦਾ ਬੈਨੀਫਿਟ ਮਿਲਣਾ ਚਾਹੀਦਾ ਤਾਂ ਤੁਹਾਨੂੰ ਬੈਨੀਫਿਟ ਮਿਲ ਜਾਏਗਾ। ਕਿਸੇ ਕੋਲ ਕੈਨੇਡੀਅਨ ਪਾਸਪੋਰਟ ਹੈਗਾ ਉਹ ਇੰਡੀਆ ਦੇ ਅੰਦਰ ਨਾਰਮਲ ਅਕਾਊਂਟ ਨਹੀਂ ਰੱਖ ਸਕਦਾ, ਉਹਦੇ ਲਈ ਆਧਾਰ ਕਾਰਡ ਹੋਣਾ ਜ਼ਰੂਰੀ ਨਹੀਂ ਹੈ। ਲੈਟਸ ਬੀ ਵੈਰੀ ਕਲੀਅਰ ਅਬਾਊਟ ਇਟ। ਠੀਕ ਹੈ। ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਜਿਹੜਾ ਇੰਡੀਅਨ ਗਵਰਨਮੈਂਟ ਨੇ 2000 ਰੁਪੀਜ਼ ਦੇ ਨੋਟ ਉਹਦੀ ਡੈਡਲਾਈਨ ਰੱਖੀ ਹੈ ਕਿ ਕਿਸੇ ਕੋਲ ਵੀ ਹੈਗੇ ਉਹ ਸਬਮਿਟ ਕਰ ਸਕਦੇ ਹੈ। ਸੋ ਐਨਆਰਆਈਜ਼ ਦੇ ਵੀ ਕੁਝ ਇਸ਼ੂਜ਼ ਕੁਝ ਮਸਲੇ ਆਧਾਰ ਕਾਰਡ ਨੂੰ ਲੈ ਕੇ ਉਹ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਗੈਸਟ ਮੌਜੂਦ ਹੈ ਇੰਡੀਆ ਤੋਂ ਮਿਸਟਰ ਅਮਰਜੀਤ ਚੋਪੜਾ ਜਿਹੜੇ ਕਿ ਐਕਸ ਪ੍ਰੈਜ਼ੀਡੈਂਟ ਹੈ ਇੰਡੀਅਨ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ। ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ। ਕੁਝ ਸਵਾਲ ਜਿਹੜੇ ਸਾਡੇ ਔਰ ਤੁਹਾਡੇ ਹੈ ਉਹਨਾਂ ਦੇ ਸਾਹਮਣੇ ਰੱਖਾਂਗੇ। ਅਮਰਜੀਤ ਜੀ ਥੈਂਕ ਯੂ ਸਾਡੇ ਨਾਲ ਅੱਜ ਜੁਆਇਨ ਕਰਨ ਲਈ। ਧੰਨਵਾਦ ਨਿਤਨ ਜੀ। ਅਮਰਜੀਤ ਜੀ ਅਗਰ ਆਪਣੇ ਬਾਰੇ ਥੋੜਾ ਜਿਹਾ ਜਿਹੜੇ ਤੁਹਾਨੂੰ ਨਹੀਂ ਜਾਣਦੇ ਅਗਰ ਤੁਸੀਂ ਆਪਣੀ ਇੰਟਰੋਡਕਸ਼ਨ ਆਪ ਦੇ ਸਕਦੇ ਹੋ ਤੇ ਪਲੀਜ਼। ਨਿਤਨ ਜੀ ਧੰਨਵਾਦ। ਪਹਿਲੀ ਗੱਲ ਤਾਂ ਕਿ ਮੈਂ ਤੁਸੀਂ ਪਹਿਲਾਂ ਕਹਿਤਾ ਕਿ ਮੈਂ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਦਾ ਪਾਸਟ ਪ੍ਰੈਜ਼ੀਡੈਂਟ ਹਾਂ। ਉਹਦੇ ਇਲਾਵਾ ਮੈਂ ਜਿਹੜੀ ਇੱਕ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਅਕਾਊਂਟਿੰਗ ਸਟੈਂਡਰਡ ਸੀ ਜਿਹੜੀ ਸਰਕਾਰ ਨੇ ਬਣਾਈ ਸੀ ਉਹਦਾ ਚੇਅਰਮੈਨ ਰਿਹਾ 4 ਸਾਲ। ਫਿਰ ਡਿਫਰੈਂਟ ਕਮੇਟੀਜ਼ ਸਰਕਾਰ ਨੇ ਬਣਾਈਆਂ ਉਹਦੇ ਉੱਤੇ ਵੀ ਮੈਂ ਰਿਹਾ। ਇਸ ਵੇਲੇ ਵੀ 1-2 ਕਮੇਟੀਜ਼ ਤੇ ਹੈਗਾ। ਕਾਰਪੋਰੇਟ ਲਾਸ ਕਮੇਟੀ ਦਾ ਮੈਂਬਰ ਹਾਂ ਮੈਂ ਸਰਕਾਰ ਦਾ। ਉਹਦੇ ਇਲਾਵਾ ਕੁਝ ਕੰਪਨੀਜ਼ ਦਾ ਮੈਂ ਬੋਰਡ ਤੇ ਰਿਹਾ। ਬੈਂਕ ਸਰਕਾਰ ਨੇ ਮੈਨੂੰ ਬੈਂਕ ਆਫ ਬੜੌਦਾ ਦੇ ਬੋਰਡ ਤੇ ਰੱਖਿਆ 2006 ਤੋਂ 2009 ਤੱਕ ਔਰ 2011 ਤੋਂ 2014 ਤੱਕ ਇੰਡੀਅਨ ਬੈਂਕ ਦੇ ਬੋਰਡ ਤੇ ਰੱਖਿਆ। ਗਾਰਡਨ ਰੀਸ਼ਿਪ ਬਿਲਡਰਸ ਦੇ ਬੋਰਡ ਤੇ ਮੈਂ ਸੀਗਾ 2011 ਤੋਂ 2014 ਤੱਕ। ਔਰ ਇਸ ਤਰ੍ਹਾਂ ਹੀ ਇਸ ਵੇਲੇ ਪਿੱਛੇ ਵੀ ਮੈਂ ਕੁਝ ਟਾਟਾ ਦੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਟਾਟਾ ਪਾਵਰ ਦਿੱਲੀ ਡਿਸਟ੍ਰੀਬਿਊਸ਼ਨ ਉਹਦੇ ਬੋਰਡ ਤੇ ਸੀ। ਹੁਣ ਟਾਟਾ ਪਾਵਰ ਟ੍ਰੇਡਿੰਗ ਜਿਹੜੀ ਕੰਪਨੀ ਹੈ ਉਹ ਹੈ ਮੈਥੋਨ ਪਾਵਰ ਹੈ ਉਹਦੇ ਬੋਰਡ ਤੇ ਆ। ਰੀਕੋ ਆਟੋ ਦੇ ਬੋਰਡ ਤੇ ਆ। ਰੂਪ ਆਟੋ ਦੇ ਬੋਰਡ ਤੇ ਆ। ਇੱਕ ਹੁਣੇ ਮੈਨੇਜਮੈਂਟ ਡਿਵੈਲਪਮੈਂਟ ਇੰਸਟੀਚਿਊਟ ਹੈ ਉਹਦੇ 'ਚ ਮੈਨੂੰ ਨੋਮੀਨੇਟ ਕੀਤਾ ਗਿਆ ਬੋਰਡ ਆਫ ਗਵਰਨਰਸ ਤੇ। ਔਰ ਪਿੱਛੇ ਮੈਂ ਆਪਣੀ PhD ਕੰਪਲੀਟ ਕੀਤੀ ਲਾਸਟ ਈਅਰ ਦੀ ਬੇਸਿਕਲੀ ਬੈਂਕਿੰਗ ਦੇ ਉੱਤੇ ਕਿਉਂਕਿ ਬੈਂਕਿੰਗ ਮੇਰਾ ਸਬਜੈਕਟ ਹੈ। ਬੈਂਕਿੰਗ ਮੇਰਾ ਇੰਟਰਸਟ ਦਾ ਸਬਜੈਕਟ ਹੈ। ਔਰ ਬਾਕੀ ਮੈਂ ਹਾਲੇ ਵੀ ਚਾਰਟਰਡ ਅਕਾਊਂਟੈਂਟ ਐਜ਼ ਅ ਚਾਰਟਰਡ ਅਕਾਊਂਟੈਂਟ ਪ੍ਰੈਕਟਿਸ ਹੈਗਾ। ਠੀਕ ਹੈ ਅਮਰਜੀਤ ਜੀ ਹੁਣ ਫੈਸਲਾ ਸਰਕਾਰ ਨੇ ਲਿੱਤਾ ਇੰਡੀਅਨ ਗਵਰਨਮੈਂਟ ਨੇ ਕਿ 2000 ਰੁਪੀਜ਼ ਦੇ ਜਿਹੜੇ ਨੋਟ ਹੈ ਉਹ ਬੰਦ ਕਰਨ ਜਾ ਰਹੇ ਕਿਸੇ ਕੋਲ ਵੀ ਹੈਗੇ ਉਹ ਡਿਪੋਜ਼ਿਟ ਕਰ ਦੇਣ। ਸੋ ਡੈਡਲਾਈਨ ਕਦ ਹੈ? ਔਰ ਜਿਹੜੇ ਐਨਆਰਆਈਜ਼ ਹੈ ਕਿਉਂਕਿ ਜਦ ਟਰੈਵਲ ਕਰਦੇ ਥੋੜਾ ਜਿਹਾ ਕੈਸ਼ ਆਪਣੇ ਕੋਲ ਰੱਖ ਲੈਂਦੇ, ਅਗਰ ਉਹਨਾਂ ਕੋਲ ਨੋਟ ਹੈਗੇ 2000 ਦੇ ਤਾਂ ਕੀ ਕਰਨ ਉਹ? ਅਗਰ ਤੁਸੀਂ ਸਾਨੂੰ ਸਮਝਾ ਦਿਓ ਤਾਂ। ਦੇਖੋ ਇਹ ਬੜਾ ਮਹੱਤਵਪੂਰਨ ਫੈਸਲਾ ਸੀਗਾ ਸਰਕਾਰ ਦਾ। 19 ਮਈ ਨੂੰ ਉਹਨਾਂ ਨੇ ਲਿਆ ਰਿਜ਼ਰਵ ਬੈਂਕ ਆਫ ਇੰਡੀਆ ਨੇ ਔਰ ਸਰਕਾਰ ਨੇ ਮਿਲ ਕੇ ਔਰ ਇਹ ਕਿਹਾ ਕਿ ਵੀ 30 ਸਤੰਬਰ ਤੱਕ ਜਿਹਦੇ ਕੋਲ ਵੀ ਜਿੰਨੇ 2000 ਦੇ ਨੋਟ ਹੈ ਉਹ ਸਾਰੇ ਦੇ ਸਾਰੇ ਬੈਂਕਾਂ 'ਚ ਜਮ੍ਹਾਂ ਕਰਵਾ ਦਿਓ। ਪਰ ਜਿਹੜੀ ਇਹਦੇ ਤੋਂ ਇੱਕ ਅਲੱਗ ਚੀਜ਼ ਹੋਈ ਜਿਸ ਵੇਲੇ ਪਿਛਲੀ ਵਾਰੀ ਡਿਮੋਨੇਟਾਈਜੇਸ਼ਨ ਹੋਈ ਸੀ ਕਰੰਸੀ ਦੀ, ਜਿਸ ਵੇਲੇ 500 1000 ਦੇ ਨੋਟ ਵਿਡਰਾਅ ਕੀਤੇ ਗਏ ਸੀ ਉਹਦੇ ਔਰ ਐਤਕੀ ਇੱਕ ਫਰਕ ਰਿਹਾ। ਬੇਸਿਕਲੀ ਇੱਕ ਫਰਕ ਤਾਂ ਹੈ ਕਿ ਉਸ ਵੇਲੇ ਜਿਹੜਾ ਵਿੰਡੋ ਸੀ ਜਿਹੜਾ ਟਾਈਮ ਪੀਰੀਅਡ ਸੀ ਉਹ ਬੜਾ ਸ਼ਾਰਟ ਸੀਗਾ ਜਿਹੜਾ ਬਦਲਣ ਦਾ। ਔਰ ਐਤਕੀ टाइम पीरियड बहुत लंबा है। 19 मई को लेकर 30 सितंबर तक का पीरियड है। लोगों को पैसा जमा करवाने ਦਾ ਬੈਂਕ ਦੇ ਵਿੱਚ ਜਾਂ ਪੈਸਾ ਬਦਲਣ ਦਾ ਬੈਂਕਾਂ ਤੋਂ ਬੇਸਿਕਲੀ। ਔਰ ਦੂਸਰੀ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਉਹ ਹੈ ਕਿ ਐਤਕੀ RBI ਨੇ ਇਹ ਕਿਤੇ ਨਹੀਂ ਕਿਹਾ ਕਿ ਇਹ ਲੀਗਲ ਟੈਂਡਰ ਨਹੀਂ ਰਹੇਗਾ। ਉਹਨਾਂ ਨੇ ਬਲਕਿ ਇਹ ਕਿਹਾ ਕਿ 2000 ਦਾ ਨੋਟ ਲੀਗਲ ਟੈਂਡਰ ਤੇ ਹੈ। ਅੱਜ ਦੀ ਡੇਟ 'ਚ ਲੀਗਲ ਟੈਂਡਰ ਹੈ।
ਤੇ ਲੀਗਲ ਟੈਂਡਰ ਰਹੇਗਾ ਜਾਂ ਨਹੀਂ ਰਹੇਗਾ, ਇਹਦਾ ਫੈਸਲਾ ਸਰਕਾਰ ਜਾਂ ਆਰਬੀਆਈ ਕਰੇਗੀ 30 ਸਤੰਬਰ ਨੂੰ ਜਾ ਕੇ ਕਿਤੇ, ਕਿਉਂਕਿ ਉਹ ਡਿਪੈਂਡ ਕਰੇਗਾ ਕਿ ਕਿੰਨੇ ਨੋਟ ਆ ਜਾਂਦੇ ਆ ਟ੍ਰੈਜਰੀ ਦੇ ਵਿੱਚ, ਕਿੰਨੇ ਨੋਟ ਬੈਂਕਾਂ ਦੇ ਵਿੱਚ ਆ ਕੇ ਜਮ੍ਹਾਂ ਹੁੰਦੇ ਆ, ਕਿੰਨੇ ਐਕਸਚੇਂਜ ਹੋ ਜਾਂਦੇ ਆ। ਕਿਉਂਕਿ ਤੁਸੀਂ ਪਿਛਲੇ ਵਾਰੀ ਅਗਰ ਦੇਖਿਆ ਹੋਵੇ ਤਾਂ 99 ਪੁਆਇੰਟ ਸਮਥਿੰਗ ਨੋਟਸ ਜਿਹੜੇ ਸੀ ਉਹ ਆ ਗਏ ਸੀ ਵਾਪਸ ਸਰਕਾਰ ਦੇ ਕੋਲ, ਜਿੰਨੇ ਅਸੀਂ ਮੰਨਦੇ ਸੀ ਸਰਕੂਲੇਸ਼ਨ 'ਚ ਹੈ। ਉਹਦੇ ਬਾਰੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ, ਕਿਉਂਕਿ ਕਿੰਨੇ ਨੋਟ ਐਨਆਰਆਈਜ਼ ਕੋਲ ਪਏ ਰਹਿ ਗਏ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਬੇਸਿਕਲੀ। ਤੇ ਐਤਕੀ ਜਿਹੜਾ ਫੈਸਲਾ ਹੈ ਕਿ ਲੀਗਲ ਟੈਂਡਰ ਰਹੇਗਾ, ਅਗਰ ਲੀਗਲ ਟੈਂਡਰ ਰਿਹਾ, ਇਹ ਸਭ ਤੋਂ ਜਿਹੜੀ ਵੱਡੀ ਗੱਲ ਹੈ, ਅਗਰ ਇਲੀਗਲ ਟੈਂਡਰ ਰਿਹਾ ਤਾਂ 30 ਸਤੰਬਰ ਤੋਂ ਬਾਅਦ ਵੀ ਜਾ ਕੇ ਲੋਕ ਰਿਜ਼ਰਵ ਬੈਂਕ ਤੋਂ ਜਾ ਕੇ ਐਕਸਚੇਂਜ ਕਰ ਸਕਦੇ, ਬੈਂਕਾਂ ਤੋਂ ਐਕਸਚੇਂਜ ਨਹੀਂ ਕਰ ਸਕਣਗੇ। ਸੋ ਅਮਰਜੀਤ ਜੀ, ਸਾਨੂੰ ਅਗਰ ਸਮਝਾ ਦਿਓ ਕੀ ਮਤਲਬ ਹੈ ਕਿ ਪਹਿਲੇ ਜਦ ਡੀਮੋਨੇਟਾਈਜੇਸ਼ਨ ਕੀਤੀ ਸੀ, ਨੋਟ ਬੰਦ ਕੀਤੇ ਸੀ, ਨੋਟਬੰਦੀ, ਉਸ ਟਾਈਮ ਕਿਹਾ ਗਿਆ ਸੀ ਲੀਗਲ ਟੈਂਡਰ ਨਹੀਂ ਰਹੂਗੇ ਲਾਸਟ ਡੇਟ ਦੇ ਬਾਅਦ। ਸੋ ਹੁਣ ਕੀ ਇਹਦਾ ਮਤਲਬ ਕੀ ਹੈ ਕਿ ਸਰਕਾਰ ਨੇ ਇਹਦੇ ਬਾਰੇ ਕੋਈ ਅਨਾਉਂਸਮੈਂਟ ਨਹੀਂ ਕੀਤੀ ਹੁਣ ਤੱਕ। ਇਹ ਕਿਹਾ ਕਿ 2000 ਦਾ ਨੋਟ ਹਲੇ ਲੀਗਲ ਟੈਂਡਰ ਹੈ। ਅਗਰ ਲੀਗਲ ਟੈਂਡਰ ਹੈ ਤੇ ਇਹਦਾ ਮਤਲਬ ਇਹ ਹੈ ਕਿ 30 ਸਤੰਬਰ ਤੋਂ ਬਾਅਦ ਵੀ ਰਿਜ਼ਰਵ ਬੈਂਕ ਆਫ ਇੰਡੀਆ ਜਾ ਕੇ ਤੁਸੀਂ ਡਿਪੋਜ਼ਿਟ ਕਰਵਾ ਸਕਦੇ ਹੋ। ਪਰ ਮੈਂ ਫਿਰ ਇੱਕ ਗੱਲ ਰਿਪੀਟ ਕਰ ਰਿਹਾ, ਕਿਉਂਕਿ ਕੋਈ ਵੀ ਬੰਦਾ ਇਸ ਚੀਜ਼ ਨੂੰ ਮੰਨ ਕੇ ਨਾ ਚੱਲੇ ਕਿ ਸਰਕਾਰ ਦਾ ਹੀ ਫੈਸਲਾ ਰਹੇਗਾ ਕਿ ਲੀਗਲ ਟੈਂਡਰ ਹੈ। 19 ਮਈ ਤੋਂ 23 ਜੂਨ ਦੇ ਵਿੱਚ ਜਿਹੜੇ 2000 ਦੇ ਨੋਟ ਹੈ 72 ਜਾਂ 73% ਆਲਰੇਡੀ ਬੈਂਕਾਂ ਕੋਲ ਆ ਚੁੱਕੇ ਸੀ। ਇਹ ਧਿਆਨ ਕਰ ਲੈਣਾ ਤੁਸੀਂ। ਠੀਕ ਹੈ। ਔਰ ਅਗਰ ਸਰਕਾਰ ਕੋਲ ਸਪੋਜ਼ ਕਰੋ 95 ਤੋਂ 99% ਨੋਟ ਆਈ ਜਾਂਦੇ ਆ ਜਦ 30 ਸਤੰਬਰ ਤੱਕ, ਫਿਰ ਉਹਨੂੰ ਲੀਗਲ ਟੈਂਡਰ ਰੱਖਣ ਦਾ ਕੋਈ ਔਚਿਤਯ ਨਹੀਂ ਰਹਿ ਜਾਂਦਾ, ਕੋਈ ਮਤਲਬ ਨਹੀਂ ਰਹਿ ਜਾਂਦਾ ਬੇਸਿਕਲੀ। ਸੋ ਮਤਲਬ ਹੋ ਸਕਦਾ 30 ਸਤੰਬਰ ਦੇ ਬਾਅਦ ਉਹਨੂੰ ਕਹਿਣ ਲੀਗਲ ਟੈਂਡਰ ਨਹੀਂ ਰਿਹਾ, ਫਿਰ ਤੁਸੀਂ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਵੀ ਚੇਂਜ ਨਹੀਂ ਕਰਵਾ ਸਕਦੇ, ਐਕਸਚੇਂਜ ਨਹੀਂ ਕਰਵਾ ਸਕਦੇ। ਠੀਕ ਹੈ, ਠੀਕ ਹੈ। ਅਮਰਜੀਤ ਜੀ, ਹੁਣ 500 ਰੁਪਏ ਦੇ ਨੋਟ ਦੀ ਵੀ ਗੱਲ ਦੱਸ ਦਿਓ ਕਿ ਉਹ ਵੀ ਕੋਈ ਪਲੈਨਿੰਗ ਹੋ ਸਕਦੀ ਕਿ ਉਹ ਵੀ ਕੱਲ ਨੂੰ ਉਹ ਵੀ ਵੱਡੀ ਕਰੰਸੀ ਉਹ ਵੀ ਬੰਦ ਕਰ ਸਕਦੇ? ਲੱਗਦਾ ਨਹੀਂ ਮੈਨੂੰ, ਸੱਚੀ ਗੱਲ ਇਹ ਹੈ, ਕਿਉਂਕਿ ਕੋਈ ਵੀ ਸਰਕਾਰ ਆਪਣੀ ਕਰੰਸੀ ਨੂੰ ਇੰਨੀ ਛੇਤੀ ਜਿਹੜੀ ਉਹ ਡਿਮੋਨੇਟਾਈਜ਼ ਨਹੀਂ ਕਰੇਗੀ ਕਿਸੇ ਵੀ ਸੂਰਤ। ਪਰ ਸਰਕਾਰ ਦਾ ਫੈਸਲਾ ਸਰਕਾਰ ਦਾ ਬੇਸਿਕਲੀ, ਕਿਉਂਕਿ 1000 ਦਾ ਨੋਟ ਬੰਦ ਹੋਇਆ ਸੀ, 500 ਦਾ ਨੋਟ ਬੰਦ ਹੋਇਆ ਸੀ ਤੇ 2000 ਦਾ ਆ ਗਿਆ ਸੀ। ਹੁਣ 500 ਦਾ ਨੋਟ ਚੱਲ ਰਿਹਾ, 2000 ਦਾ ਨੋਟ ਤੁਸੀਂ ਵਿਦਡਰਾ ਕਰ ਲਿਆ ਬੇਸਿਕਲੀ। ਹੁਣ 2000 ਦੇ ਨੋਟ ਦੀ ਜਗ੍ਹਾ ਕਿਹੜਾ ਨੋਟ ਕੋਈ ਆਏਗਾ ਨਹੀਂ ਆਏਗਾ ਇਹ ਕਿਸੇ ਨੂੰ ਗਿਆਨ ਨਹੀਂ ਹੈ, ਜਾਂ 500 ਦਾ ਨੋਟ ਹੀ ਰਹਿ ਜਾਏਗਾ। ਅਗਰ ਇਹ ਕਦਮ ਹੈ ਬਲੈਕ ਮਨੀ ਨੂੰ ਕਰਬ ਕਰਨ ਦਾ, ਇਹ ਧਿਆਨ ਕਰ ਲੈਣਾ। ਅਗਰ ਇਹ ਕਾਲੇ ਧਨ ਨੂੰ ਜਿਹੜਾ ਰੋਕਣ ਦਾ ਇੱਕ ਸਾਧਨ ਹੋਇਆ ਤੇ ਸਰਕਾਰ ਕੋਈ ਵੀ ਫੈਸਲਾ ਲੈ ਸਕਦੀ, ਕਿਸੇ ਵੇਲੇ ਵੀ ਲੈ ਸਕਦੀ, ਉਹਦੇ 'ਚ ਕੋਈ ਦਿੱਕਤ ਨਹੀਂ ਹੈ। ਪਰ ਮੇਰੇ ਖਿਆਲ 'ਚ ਇੰਨੀ ਛੇਤੀ ਜਿਹੜਾ ਫੈਸਲਾ ਲੈਣਾ ਕਿਸੇ ਵੀ ਪੈਸੇ ਨੂੰ ਬਦਲਣ ਦਾ ਇੰਨਾ ਸ਼ਾਇਦ ਆਸਾਨ ਨਹੀਂ ਹੈ। ਪਰ ਸਰਕਾਰ ਕਿਸੇ ਵੇਲੇ ਵੀ ਕੋਈ ਵੀ ਫੈਸਲਾ ਕਰ ਲੈ ਸਕਦੀ ਹੈ, ਔਰ ਇਹ ਸਰਕਾਰ ਜਿੰਨੇ ਵੀ ਮੁਸ਼ਕਿਲ ਫੈਸਲੇ ਆ ਉਹ ਲੈਂਦੀ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਉਹ ਆਪਣੇ ਢੰਗ ਨਾਲ ਲਿਆ। ਸੋ ਚੋਪੜਾ ਸਾਹਿਬ, ਸਾਨੂੰ ਅਗਰ ਦੱਸ ਦਿਓ ਕਿ ਅਗਰ ਐਨਆਰਆਈਜ਼ ਕੋਲ 2000 ਰੁਪਏ ਦੇ ਨੋਟ ਪਏ ਹੈ ਤੇ ਉਹ ਕੀ ਕਰਨ? ਕਿ ਉਹ ਕੈਨੇਡਾ 'ਚ ਵੀ ਕਿੱਥੇ ਡਿਪੋਜ਼ਿਟ ਕਰ ਸਕਦੇ ਕਿ ਇੰਡੀਆ ਦੇ ਹੀ ਉੱਥੇ ਭੇਜਣੇ ਪੈਣੇ ਜਾਂ ਕਰਨਾ ਪੈਣਾ? ਮੇਰੇ ਹਿਸਾਬ ਤੇ ਜਿਹੜੀਆਂ ਤੁਹਾਡੀਆਂ ਉੱਥੇ ਦੀਆਂ ਬੈਂਕਸ ਦੀਆਂ ਬ੍ਰਾਂਚਿਸ ਇੱਥੇ ਅਗਰ ਹੈਗੀਆਂ ਤਾਂ ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ। ਮੈਂ ਅਗਰ ਇੱਕ ਲੌਜੀਕਲ ਸੈਂਸ ਤੋਂ ਮੰਨਿਆ ਜਾਏ ਬੇਸਿਕਲੀ। ਔਰ ਅਗਰ ਉਹ ਨਹੀਂ ਮੰਨਦੇ ਤੇ ਉਸ ਕੇਸ ਦੇ ਵਿੱਚ ਫਿਰ ਉੱਥੇ ਹੀ ਜਾ ਕੇ ਐਕਸਚੇਂਜ ਕਰਵਾਉਣਾ ਪਏਗਾ ਕਿਸੇ ਵੀ ਸੂਰਤ 'ਚ। ਮੈਂ ਹੋਰ ਕੋਈ ਮੈਨੂੰ ਸੂਰਤ ਨਜ਼ਰ ਨਹੀਂ ਆਉਂਦੀ। ਠੀਕ ਹੈ, ਸਾਡੀ ਇਨਫੋਰਮੇਸ਼ਨ ਦੇ ਹਿਸਾਬ ਸਰਕਾਰ ਨੂੰ ਇਹ ਫੈਸਿਲਿਟੇਟ ਕਰਨਾ ਚਾਹੀਦਾ, ਕਿਉਂਕਿ ਪਿਛਲੇ ਮਹੀਨੇ ਵੀ ਇੱਕ ਨਿਊਜ਼ ਸੀ ਕਿ ਜਿੰਨੇ ਯੂਏਈ ਦੇ ਵਿੱਚ ਲੋਕ ਹੈ, ਮਿਡਲ ਈਸਟ ਦੇ ਵਿੱਚ ਲੋਕ ਹੈ, ਉਹਨਾਂ ਨੂੰ ਬਹੁਤ ਡਿਫਿਕਲਟੀ ਆ ਰਹੀ ਹੈ ਨੋਟ ਬਦਲਣ 'ਚ ਉੱਥੇ ਬੇਸਿਕਲੀ। ਤੇ ਮੇਰੇ ਆਪਣੇ ਹਿਸਾਬ ਨਾਲ ਉੱਥੇ ਤੇ ਬਲਕਿ ਬੈਂਕ ਆਫ ਬੜੌਦਾ ਦੀਆਂ ਲੀਗਲ ਬ੍ਰਾਂਚਿਸ ਹੈ, ਮਤਲਬ ਕਿ ਸਿੱਧੀਆਂ ਬ੍ਰਾਂਚਿਸ ਹੈ ਆਪਣੀਆਂ। ਇੱਥੇ ਵੀ ਐਸਬੀਆਈ ਦੀ ਬ੍ਰਾਂਚਿਸ ਹੈ, ਇੱਥੇ ਆਈਸੀਆਈਸੀ ਔਰ ਐਸਬੀਆਈ ਦੀ ਹੈਗੀ ਇੱਥੇ। ਤੇ ਮੇਰੇ ਖਿਆਲ ਸਰਕਾਰ ਨੂੰ ਉਹਨਾਂ ਨੂੰ ਫੈਸਿਲਿਟੇਟ ਕਰਨਾ ਚਾਹੀਦਾ, ਉਹਨਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ 2000 ਦੇ ਨੋਟ ਐਕਸੈਪਟ ਕਰ ਲਓ ਔਰ ਹਿੰਦੁਸਤਾਨ ਚ ਆਰਬੀਆਈ ਨੂੰ ਭੇਜ ਦਿਓ। ਉਹਦੇ ਚ ਕੋਈ ਮੇਰੇ ਹਿਸਾਬ ਦਿੱਕਤ ਹੋਣੀ ਨਹੀਂ ਚਾਹੀਦੀ। ਸੋ ਹਾਲੇ ਤੱਕ ਸਾਨੂੰ ਨਹੀਂ ਲੱਗਦਾ ਇਦਾਂ ਦਾ ਕੋਈ ਫੈਸਲਾ ਹੈਗਾ ਕਿ ਇੱਥੇ ਐਕਸੈਪਟ ਨਹੀਂ ਕਰਦੇ। ਪਰ ਮੇਰਾ ਖਿਆਲ ਜਿਹੜਾ ਵੀ ਫੈਸਲਾ ਕੌਂਸੂਲੇਟ ਦੀ ਜਨਰਲ ਜਿਹੜਾ ਵੀ ਇੱਥੇ ਹੈਗੇ ਨੇ, ਉਹਨਾਂ ਨੂੰ ਜਾ ਕੇ ਅਗਰ ਚੈਂਬਰਸ ਮਿਲਦੇ ਆ, ਲੋਕ ਮਿਲਦੇ ਆ, ਉਹਨਾਂ ਨੂੰ ਕਹਿੰਦੇ ਆ ਔਰ ਉਹ ਆਪਣੀ ਗੱਲ ਰਿਜ਼ਰਵ ਬੈਂਕ ਆਫ ਇੰਡੀਆ ਔਰ ਸਰਕਾਰ ਦੇ ਸਾਹਮਣੇ ਰੱਖਦੇ, ਤੇ ਮੇਰੇ ਖਿਆਲ ਚ ਇਹਦੇ ਚ ਕੋਈ ਦਿੱਕਤ ਆਣੀ ਨਹੀਂ ਚਾਹੀਦੀ। ਜਿੱਥੇ ਹਿੰਦੁਸਤਾਨ ਦੇ ਆਪਣੇ ਬੈਂਕ ਹੈਗੇ ਨੇ, ਔਰ ਉਹ ਪਬਲਿਕ ਸੈਕਟਰ ਹੋਣ ਜਾਂ ਪ੍ਰਾਈਵੇਟ ਸੈਕਟਰ ਬੈਂਕ ਹੋਣ,
ਉਹ ਪੈਸਾ ਅਗਰ ਬੈਂਕਿੰਗ ਚੈਨਲ ਦੇ ਥਰੂ ਕਿਤੇ ਚਲਾ ਜਾਂਦਾ ਤੇ ਉਹਦੇ 'ਚ ਕੋਈ ਫਰਕ ਨਹੀਂ ਪੈਣਾ ਚਾਹੀਦਾ। ਉਹਦਾ ਕਾਰਨ ਹੀ ਹੋਰ ਵੀ ਮੈਂ ਤੁਹਾਨੂੰ ਦੱਸ ਦਿੰਦਾ। ਠੀਕ ਹੈ। ਪਿਛਲੀ ਵਾਰੀ ਜਦ ਨੋਟ ਬਦਲਨੇ ਸੀ ਤੇ ਸਰਕਾਰ ਨੇ ਆਇਡੈਂਟੀਟੀ ਮੰਗੀ ਸੀ ਲੋਕਾਂ ਦੀ। ਐਤਕੀ ਸਰਕਾਰ ਨੇ ਆਇਡੈਂਟੀਟੀ ਨਹੀਂ ਮੰਗੀ ਲੋਕਾਂ ਦੀ। ਔਰ ਅਗਰ ਆਇਡੈਂਟੀਟੀ ਨਹੀਂ ਮੰਗੀ ਤੇ ਹਿੰਦੁਸਤਾਨ ਦਾ ਐਨਆਰਆਈ ਅਗਰ ਹਿੰਦੁਸਤਾਨ ਇੱਥੇ ਬੈਠਾ ਔਰ ਉਹ ਐਕਸਚੇਂਜ ਕਰ ਲੈਂਦਾ ਔਰ ਥਰੂ ਬੈਂਕਿੰਗ ਚੈਨਲ ਹੀ ਜਾ ਕੇ ਐਕਸਚੇਂਜ ਹੋ ਰਿਹਾ ਤਾਂ ਮੇਰੇ ਖਿਆਲ 'ਚ ਕੋਈ ਸਮੱਸਿਆ ਹੋਣੀ ਨਹੀਂ ਚਾਹੀਦੀ। ਅਮਰਜੀਤ ਜੀ, ਅਗਲਾ ਸਵਾਲ ਆ ਹੋ ਗਿਆ 2000 ਦੇ ਨੋਟ ਦੇ ਬਾਰੇ। ਡੈਡਲਾਈਨ ਤੁਸੀਂ ਕਿਹਾ 30 ਸਤੰਬਰ ਹੈਗੀ ਹੈ। ਹੁਣ ਆਪਾਂ ਗੱਲ ਕਰੀਏ ਆਧਾਰ ਕਾਰਡ ਦੀ। ਐਨਆਰਆਈਜ਼ ਦਾ ਬੜਾ ਵੱਡਾ ਇੱਕ ਸਵਾਲ ਹੁੰਦਾ ਕਿ ਆਧਾਰ ਕਾਰਡ ਉਹਨਾਂ ਨੇ ਜਿਸ ਟਾਈਮ ਬਣਾਏ ਸੀ ਉਹ ਕੈਨੇਡਾ ਦੇ ਸਿਟੀਜ਼ਨ ਨਹੀਂ ਸੀਗੇ। ਆਧਾਰ ਕਾਰਡ ਬਣਾ ਲਏ ਕਿਉਂਕਿ ਲਿੰਕ ਕਰਨਾ ਸੀ ਪੈਨ ਕਾਰਡ ਦੇ ਨਾਲ ਵੀ। ਹੁਣ ਜਿਨ੍ਹਾਂ ਕੋਲ ਆਧਾਰ ਕਾਰਡ ਹੈਗੇ ਹੈ ਐਨਆਰਆਈਜ਼ ਕੋਲ, ਉਹ ਕੀ ਲੀਗਲ ਉਹਨੂੰ ਰੱਖ ਸਕਦੇ ਹੈ ਔਰ ਉਹ ਕੀ ਯੂਜ਼ ਕਰ ਸਕਦੇ ਹੈ ਐਜ਼ ਏ ਆਈਡੀ ਇੰਡੀਆ 'ਚ ਦੇ ਸਕਦੇ ਹੈ ਅਗਰ ਉਹਨਾਂ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਆ ਗਈ? ਇੰਡੀਅਨ ਪਾਸਪੋਰਟ ਵਾਲੇ OCI ਵਾਲੇ ਦਾ ਵੀ ਦੱਸ ਦਿਓ ਕਿ ਉਹ ਰੱਖ ਸਕਦੇ ਹੈ। ਸੋ ਇਹਦੇ ਬਾਰੇ ਸਾਨੂੰ ਥੋੜਾ ਚਾਨਣਾ ਪਾ ਦਿਓ। ਜਿਨ੍ਹਾਂ ਨੇ ਸਿਟੀਜ਼ਨਸ਼ਿਪ ਬਦਲ ਲਈ ਔਰ ਜਿਹੜੇ OCI ਹੋ ਗਏ ਨੇ ਉਹਨਾਂ ਦੇ ਕੋਲ ਆਧਾਰ ਕਾਰਡ ਨਹੀਂ ਹੋ ਸਕਦਾ ਜਦ ਤੱਕ ਉਹ, ਅਗਰ ਉਹਨਾਂ ਨੇ ਜਾ ਕੇ ਐਪਲੀਕੇਸ਼ਨ ਦੇਣੀ ਹੈ ਸਪੋਜ਼ ਕਰੋ ਆਧਾਰ ਕਾਰਡ ਲਈ, ਤੇ ਪਿਛਲੇ 12 ਮਹੀਨੇ ਚ ਜਿਸ ਦਿਨ ਐਪਲੀਕੇਸ਼ਨ ਦੇਣੀ ਹੈ ਪਿਛਲੇ 12 ਮਹੀਨੇ ਚ ਉਹਨਾਂ ਨੂੰ ਉੱਥੇ 182 ਦਿਨ ਰਹਿਣਾ ਜ਼ਰੂਰੀ ਹੈ। ਬੇਸਿਕਲੀ ਉਹ ਕਿਊਮੂਲੇਟਿਵ ਹੈ, ਇਹ ਨਹੀਂ ਕਿ ਲਗਾਤਾਰ 182 ਦਿਨ ਰਹਿਣਾ, ਟੁਕੜਿਆਂ 'ਚ ਵੀ ਰਹਿ ਸਕਦੇ ਨੇ 182 ਦਿਨ, ਉਹ ਜ਼ਰੂਰੀ ਹੋਏਗਾ। ਪਰ ਜਿਹੜਾ ਐਨਆਰਆਈ ਇੱਥੇ ਹੈ ਉਹ ਆਪਣਾ ਪਾਸਪੋਰਟ ਉਹ ਆਪਣਾ ਆਧਾਰ ਕਾਰਡ ਉੱਥੇ ਰੱਖ ਸਕਦਾ, ਉਹਦੇ 'ਚ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਹੈ। ਇਹ ਜ਼ਰੂਰੀ ਨਹੀਂ ਹੈ ਕਿ ਅਗਰ ਤੁਸੀਂ ਇੱਥੇ ਐਨਆਰਆਈ ਹੋ ਗਏ ਤੇ ਜਾ ਕੇ ਤੁਸੀਂ ਆਪਣਾ ਆਧਾਰ ਕਾਰਡ ਉੱਥੇ ਸਰੈਂਡਰ ਕਰਨਾ ਕਿਸੇ ਵੀ ਸੂਰਤ 'ਚ। ਤੇ ਉਹਦੇ 'ਚ ਕੋਈ ਵੀ ਟਾਈਮ ਲਿਮਿਟ ਵੀ ਉਹਨਾਂ ਨੇ ਨਹੀਂ ਦਿੱਤੀ ਹੋਈ ਕਿ ਜਦ ਤੱਕ ਤੁਸੀਂ ਹਿੰਦੁਸਤਾਨੀ ਪਾਸਪੋਰਟ ਰੱਖਿਆ ਹੋਇਆ ਸਭ ਕੁਝ ਰੱਖਿਆ ਹੋਇਆ ਤੇ ਉਹਦੇ 'ਚ ਕੋਈ ਐਸੀ ਗੱਲ ਨਹੀਂ ਕਿ ਆਧਾਰ ਕਾਰਡ ਤੁਸੀਂ ਕਿੰਨੇ ਵੇਲੇ ਬਾਅਦ ਸਰੈਂਡਰ ਕਰਨਾ ਹੈ ਕਿਸੇ ਵੀ ਸੂਰਤ 'ਚ। ਤੁਸੀਂ ਇੱਕ ਸੋ ਵਾਰ ਕਲੀਅਰ ਉਹ ਕਰ ਦਿਓ, ਜਿਹਦੇ ਕੋਲ ਇੰਡੀਅਨ ਪਾਸਪੋਰਟ ਹੈਗਾ ਕੈਨੇਡਾ 'ਚੋਂ PR ਸਟੇਟਸ ਤੇ ਹੈ ਉਹ ਆਧਾਰ ਕਾਰਡ ਰੱਖ ਸਕਦਾ ਹੈ। ਰੱਖ ਜਿਹਦੇ ਕੋਲ ਸਕਦਾ। ਕੈਨੇਡੀਅਨ ਪਾਸਪੋਰਟ ਹੈ, ਇੰਡੀਅਨ ਮੂਲ ਦਾ ਹੈਗਾ, ਉਹ ਉਹਨੇ ਅਗਰ ਉੱਥੇ ਜਾ ਕੇ ਆਧਾਰ ਕਾਰਡ ਲੈਣਾ ਤੇ ਉਹਦਾ 182 ਦਿਨ ਉੱਥੇ ਰਹਿਣਾ ਜ਼ਰੂਰੀ ਹੈ ਪਿਛਲੇ 12 ਮਹੀਨੇ ਦੇ ਵਿੱਚ ਕਿਊਮੂਲੇਟਿਵਲੀ ਠੀਕ ਹੈ। ਟੋਟਲ ਮਿਲਾ ਕੇ, ਉਹ ਤਦ ਆਧਾਰ ਕਾਰਡ ਲਈ ਅਪਲਾਈ ਕਰ ਸਕਦਾ। ਅਗਰ ਉਹਨਾਂ ਕੋਲ ਆਲਰੇਡੀ ਹੈਗਾ ਕਿਉਂਕਿ ਇੰਡੀਅਨ ਪਾਸਪੋਰਟ ਹੈਗਾ ਔਰ ਆਧਾਰ ਕਾਰਡ ਲਿੱਤਾ ਹੋਇਆ, ਹੁਣ ਉਹ ਸਟੇਟਸ ਹੋ ਗਿਆ ਕੈਨੇਡੀਅਨ ਸਿਟੀਜ਼ਨ, ਕੈਨੇਡੀਅਨ ਪਾਸਪੋਰਟ ਆ ਗਿਆ, ਇੰਡੀਅਨ ਪਾਸਪੋਰਟ ਸਰੈਂਡਰ ਕਰਤਾ ਔਰ ਉਹਨਾਂ ਕੋਲ ਆਧਾਰ ਕਾਰਡ ਪਹਿਲੇ ਸੀਗਾ, ਹੁਣ ਕੀ ਮੇਰੇ ਕਰਨਾ ਉਹਨਾਂ ਹਿਸਾਬ ਨੂੰ? ਨਾਲ ਉਹਨਾਂ ਨੂੰ ਆਧਾਰ ਕਾਰਡ ਸਰੈਂਡਰ ਕਰਨਾ ਚਾਹੀਦਾ। ਠੀਕ ਹੈ। ਉਹ ਐਜ਼ ਅ ਜਿਹਨੇ ਕੋਲ ਕੈਨੇਡੀਅਨ ਪਾਸਪੋਰਟ ਹੈ ਐਜ਼ ਏ ਆਧਾਰ ਕਾਰਡ ਉੱਥੇ ਨਹੀਂ ਰੱਖ ਸਕਦੇ ਕਿਉਂਕਿ ਉਹਨਾਂ ਨੂੰ ਬੈਂਕਾਂ 'ਚ ਜਿਹੜੇ ਆਪਣੇ ਅਕਾਊਂਟ ਹੈ ਉਹ ਵੀ NRO NRE ਸਟੇਟਸ ਕਰਨੇ ਪੈਂਦੇ ਹੈ, ਨਾਰਮਲ ਅਕਾਊਂਟ ਨਹੀਂ ਰੱਖ ਸਕਦੇ। ਚੋਪੜਾ ਜੀ ਇਹਦੇ ਬਾਰੇ ਵੀ ਦੱਸ ਦਿਓ। ਦੇਖੋ ਜਿਹੜਾ ਵੀ ਐਨਆਰਆਈ ਹੋ ਗਿਆ ਹਿੰਦੁਸਤਾਨ ਤੋਂ, ਉਹ ਤੁਸੀਂ ਇਰਰਿਸਪੈਕਟਿਵ ਆਫ ਵੈਦਰ ਉਹਦੇ ਕੋਲ ਕੈਨੇਡੀਅਨ ਪਾਸਪੋਰਟ ਹੈ ਜਾਂ ਇੰਡੀਅਨ ਪਾਸਪੋਰਟ ਹੈ, ਐਨਆਰਆਈ ਜਿਹੜਾ ਹੋ ਗਿਆ ਉਹਨੇ ਐਨਆਰਓ ਅਕਾਊਂਟ ਔਰ ਐਨਆਰਈ ਅਕਾਊਂਟ ਤੇ ਰੱਖਣਾ ਹੀ ਰੱਖਣਾ ਕਿਸੇ ਵੀ ਸੂਰਤ। ਉਹ ਉਹਦੇ ਚ ਕਿਸੇ ਤਰੀਕੇ ਦੀ ਕੋਈ ਗੁੰਜਾਇਸ਼ ਨਹੀਂ ਹੈ। ਇਹ ਨਹੀਂ ਹੈ ਕਿ ਤੁਸੀਂ ਐਨਆਰਆਈ ਹੋ ਗਏ ਤੁਸੀਂ ਨਾਰਮਲ ਅਕਾਊਂਟ ਰੱਖ ਸਕਦੇ ਹੋ, ਉਹਦੇ ਚ ਇੱਕ ਗੁੰਜਾਇਸ਼ ਉਹਨਾਂ ਨੇ ਦਿੱਤੀ ਹੋਈ ਹੈ, ਉਹ ਬੜੀ ਵੇਗ ਦੀ ਕਲੈਰੀਫਿਕੇਸ਼ਨ ਹੈ ਕਿ ਅਗਰ ਤੁਸੀਂ ਕਿਸੇ ਨਾਲ ਆਲਰੇਡੀ ਜੁਆਇੰਟ ਅਕਾਊਂਟ ਰੱਖਿਆ ਹੋਇਆ ਸੀ ਬੇਸਿਕਲੀ, ਤੇ ਉਹ ਜੁਆਇੰਟ ਅਕਾਊਂਟ ਕੰਟੀਨਿਊ ਰਹਿ ਸਕਦਾ ਪ੍ਰੋਵਾਈਡਡ ਜਿਹੜਾ ਰੈਜ਼ੀਡੈਂਟ ਹੈ ਉਹਦਾ ਨਾਮ ਪਹਿਲਾਂ ਆਉਂਦਾ ਹੋਵੇ। ਜਿਹੜਾ ਹਿੰਦੁਸਤਾਨ ਚ ਪਹਿਲਾਂ ਰੈਜ਼ੀਡੈਂਟ ਹੈ ਉਹਦਾ ਨਾਮ ਅਗਰ ਪਹਿਲਾਂ ਆਉਂਦਾ ਤੇ ਉਹ ਅਕਾਊਂਟ ਕੰਟੀਨਿਊ ਕਰ ਸਕਦਾ। ਪਰ ਐਨਆਰਓ ਅਕਾਊਂਟ ਔਰ ਐਨਆਰਈ ਅਕਾਊਂਟ ਐਨਆਰਆਈ ਲਈ ਵੈਸੇ ਵੀ ਮੈਂਡੇਟਰੀ ਹੈ। ਠੀਕ ਹੈ। ਸੋ ਕੋਈ ਵੀ ਅਗਰ ਕਿਸੇ ਕੋਲ ਕੈਨੇਡੀਅਨ ਪਾਸਪੋਰਟ ਹੈਗਾ ਉਹ ਇੰਡੀਆ ਦੇ ਅੰਦਰ ਨਾਰਮਲ ਅਕਾਊਂਟ ਨਹੀਂ ਰੱਖ ਸਕਦਾ, FDs ਨਹੀਂ ਬਣਾ ਸਕਦਾ, ਉਹਨਾਂ ਨੂੰ ਆਪਣੇ ਅਕਾਊਂਟ ਦਾ ਸਟੇਟਸ NRO NRE ਕਰਨਾ ਪੈਣਾ ਹੈ, ਨਾਰਮਲ ਅਕਾਊਂਟ ਨਹੀਂ ਰੱਖ ਸਕਦਾ। ਜ਼ਰੂਰੀ ਹੈ। ਠੀਕ ਹੈ। ਅਗਰ ਉਹ ਨਹੀਂ ਕਰਦੇ ਇਦਾਂ ਤੇ ਹੋ ਸਕਦਾ ਪੈਨਲਟੀਜ਼ ਵੀ ਲੱਗ ਜਾਣ ਉਹਨਾਂ ਤੇ। ਉਹ ਤਾਂ ਫਿਰ ਆਰਬੀਆਈ ਔਰ ਫੈਮਾ ਦਾ ਜਿਹੜਾ ਵੀ ਰੂਲਸ ਅਪਲਾਈ ਹੋਣਗੇ ਉਹ ਹੋਣਗੇ, ਠੀਕ ਹੈ। ਉਹਦੇ ਚ ਕੋਈ ਸਮੱਸਿਆ ਨਹੀਂ ਬਿਕਾਜ਼ ਉਹ ਤੇ ਸਾਰੀਆਂ ਫਿਰ ਜਿਹੜੀਆਂ ਟ੍ਰਾਂਜੈਕਸ਼ਨਸ ਹੈ ਉਹ ਫੈਮਾ ਦੇ ਅੰਡਰ ਜਿਹੜਾ ਵੀ ਆਏਗਾ ਉਹ ਆਏਗਾ। ਠੀਕ ਹੈ। ਚੋਪੜਾ ਜੀ ਅਗਰ ਸਾਨੂੰ ਦੱਸੋ ਕਿ ਅਗਰ ਕਾਫੀ NRIs ਹੈ, ਉਹਨਾਂ ਦੀ ਪ੍ਰਾਪਰਟੀ ਜ਼ਮੀਨਾਂ ਉੱਥੇ ਹੈਗੀਆਂ, ਉਹਨਾਂ ਨੇ ਆਪਣੀ ਪ੍ਰਾਪਰਟੀ ਵੇਚਣੀ ਹੈ, ਸੇਲ ਕਰਨੀ ਹੈ ਔਰ ਪੈਸਾ ਕੈਨੇਡਾ ਲੈ ਕੇ ਆਉਣਾ ਜਾਂ ਓਵਰਸੀਜ਼ ਲੈ ਕੇ ਆਉਣਾ, ਤਾਂ ਕੀ ਪ੍ਰੋਸੈਸ ਹੈ? ਸਿੰਪਲ ਟੈਕਸ ਦੇ ਬਾਰੇ ਵੀ ਦੱਸ ਦਿਓ, ਕਿੰਨਾ ਉਹਨਾਂ ਤੇ ਟੈਕਸ ਲੱਗਦਾ ਔਰ ਕਿੱਦਾਂ ਲਿਆ ਸਕਦੇ ਹੋ? ਦੇਖੋ ਜੀ, ਜਿੱਥੇ ਤੱਕ ਐਨਆਰਆਈ ਦਾ ਸਵਾਲ ਹੈ ਉਹ ਪ੍ਰਾਪਰਟੀ ਉੱਥੇ ਰੱਖ ਸਕਦੇ ਆ, ਉਹਦੇ 'ਚ ਕੋਈ ਸਮੱਸਿਆ ਨਹੀਂ ਹੈ। ਐਗਰੀਕਲਚਰ ਲੈਂਡ ਅਗਰ ਤੁਸੀਂ ਖਰੀਦਣਾ ਉਹਦੇ ਲਈ ਤੁਹਾਨੂੰ ਆਰਬੀਆਈ ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਅਗਰ ਦੂਸਰੀ ਪ੍ਰਾਪਰਟੀ ਤੁਸੀਂ ਲੈਣੀ ਤਾਂ ਉਹਦੇ 'ਚ ਕੋਈ ਆਰਬੀਆਈ ਦੀ ਪਰਮਿਸ਼ਨ ਜ਼ਰੂਰੀ ਨਹੀਂ ਹੈ। ਹਾਂ, ਪਲਾਂਟੇਸ਼ਨ ਦਾ ਲੈਂਡ ਲੈਣਾ, ਐਗਰੀਕਲਚਰ ਲੈਂਡ ਲੈਣਾ ਉਹਦੇ ਲਈ, ਫਾਰਮ ਲੈਂਡ ਲੈਣਾ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਰਬੀਆਈ ਦੀ ਜਾ ਕੇ ਪਰਮਿਸ਼ਨ ਲਓ। ਉਹ ਤੁਹਾਨੂੰ ਪਰਮਿਟਡ ਨਹੀਂ ਹੈ ਕਿ ਤੁਸੀਂ ਜਾ ਕੇ ਉਹ ਖਰੀਦ ਸਕੋ ਡਾਇਰੈਕਟਲੀ। ਜਿੱਥੇ ਤੱਕ ਵੇਚਣ ਦਾ ਸਵਾਲ ਹੈ, ਤੁਹਾਡੇ ਕੋਲ परमानेंट अकाउंट नंबर होना जरूरी है, एनआरओ और एनआरई अकाउंट होना जरूरी है बेसिकली।
ਕਿਉਂਕਿ ਉਹ ਪੈਸਾ ਅਲਟੀਮੇਟਲੀ ਉਹਦੇ 'ਚ ਹੀ ਆਉਣਾ। ਉਹਦੇ ਲਈ ਆਧਾਰ ਕਾਰਡ ਹੋਣਾ ਜ਼ਰੂਰੀ ਨਹੀਂ ਹੈ, ਲੈਟਸ ਬੀ ਵੈਰੀ ਕਲੀਅਰ ਅਬਾਊਟ ਇਟ। ਠੀਕ ਹੈ। ਕਿਉਂਕਿ ਆਧਾਰ ਕਾਰਡ ਤੁਹਾਡੀ ਸਿਟੀਜ਼ਨਸ਼ਿਪ ਜਾਂ ਡੋਮਿਸਾਈਲ ਨੂੰ ਕਿੱਦਾਂ ਡਿਟਰਮਿਨ ਨਹੀਂ ਕਰਦਾ, ਹਮ, ਪਰ ਤੁਹਾਡੇ ਕੋਲ ਪੈਨ ਹੋਣਾ ਜ਼ਰੂਰੀ ਹੈ, ਐਨਆਰਓ ਅਕਾਊਂਟ ਨੰਬਰ ਹੋਣਾ ਜ਼ਰੂਰੀ ਹੈ, ਇੱਕ ਆਇਡੈਂਟੀਟੀ ਜਿਹੜੀ ਤੁਹਾਡਾ ਪਾਸਪੋਰਟ ਹੈ ਉਹਦੀ ਆਇਡੈਂਟੀਟੀ ਹੋਣਾ ਜ਼ਰੂਰੀ ਹੈ। ਉਹ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਕੋਲ ਹੋਏ। ਔਰ ਅਗਰ ਉਹ ਤੁਹਾਡੇ ਕੋਲ ਹੈਗਾ, ਤੁਸੀਂ ਪ੍ਰਾਪਰਟੀ ਵੇਚ ਸਕਦੇ ਹੋ। ਜਿਹੜਾ ਤੁਹਾਡੇ ਤੇ ਟੀਡੀਐਸ ਐਪਲੀਕੇਬਲ ਹੈ, ਜਿਹੜਾ ਤੁਹਾਡਾ ਟੈਕਸ ਕਟਿਆ ਜਾਏਗਾ ਐਟ ਸੋਰਸ, ਉਹ 20% ਹੈ। ਅਗਰ ਐਨਆਰਆਈ ਪ੍ਰੋਪਰਟੀ ਕੋਈ ਵੀ ਹਿੰਦੁਸਤਾਨ 'ਚ ਵੇਚਦਾ ਤੇ ਉਹ ਟੈਕਸ ਕਟਿਆ ਜਾਏਗਾ ਉਹਦਾ ਸੋਰਸ ਦੇ ਉੱਤੇ 20%। ਔਰ ਉਹਦੇ 'ਚ ਵੀ ਇੱਕ ਹੋਰ ਹੋਏਗੀ ਗੁੰਜਾਇਸ਼ ਕਿ ਉਹ ਇਨਕਮ ਟੈਕਸ ਆਫਿਸਰ ਕੋਲ ਜਾ ਸਕਦਾ ਔਰ ਕਹਿ ਸਕਦਾ ਕਿ ਮੇਰਾ ਜਿਹੜਾ ਟੈਕਸ ਹੈ ਲੋਅਰ ਰੇਟ ਤੇ ਕਟਿਆ ਜਾਏ। ਉਹਦੇ ਫਾਰਮੈਲਿਟੀਜ਼ ਹੈ, ਉਹ ਫਾਰਮੈਲਿਟੀਜ਼ ਅਗਰ ਪੂਰੀਆਂ ਕਰਦੇ ਤਾਂ ਲੋਅਰ ਟੈਕਸ ਤੇ, ਲੋਅਰ ਰੇਟ ਤੇ ਵੀ ਟੈਕਸ ਕਟਿਆ ਜਾ ਸਕਦਾ। ਕੈਪੀਟਲ ਗੇਨ ਹੈ ਬੇਸਿਕਲੀ। ਔਰ ਇਹਦੇ 'ਚ ਵੀ ਇਹ ਡਿਪੈਂਡ ਕਰਦਾ ਕਿ ਪ੍ਰਾਪਰਟੀ ਤੁਸੀਂ 2001 ਤੋਂ ਪਹਿਲਾਂ ਦੀ ਹੈ, 2001 ਤੋਂ ਬਾਅਦ ਦੀ ਹੈ, 2001 ਤੋਂ ਬਾਅਦ ਦੀ ਹੈ, ਤੇ ਤੁਹਾਨੂੰ ਕੁਝ ਹੋਰ ਫਾਇਦਾ ਇਹ ਹੋ ਸਕਦਾ ਹੈ ਕਿ ਜਿਹੜੀ ਤੁਹਾਡੀ ਕਾਸਟ ਹੈ ਉਹਦੀ ਇੰਡੈਕਸੇਸ਼ਨ ਕਰਕੇ ਤੁਸੀਂ ਉਹਦਾ ਬੈਨੀਫਿਟ ਲੈ ਲਓ। ਔਰ ਫਿਰ ਅਗਰ ਤੁਸੀਂ ਇਨਕਮ ਟੈਕਸ ਆਫਿਸਰ ਨੂੰ ਪ੍ਰੂਵ ਕਰ ਦਿੰਦੇ ਹੋ ਕਿ ਮੇਰਾ ਤਾਂ ਲੋਅਰ ਟੈਕਸ ਦਾ ਬੈਨੀਫਿਟ ਮਿਲਣਾ ਚਾਹੀਦਾ, ਤਾਂ ਤੁਹਾਨੂੰ ਬੈਨੀਫਿਟ ਮਿਲ ਜਾਏਗਾ। ਔਰ ਵੰਸ ਇੱਕ ਵਾਰ ਇਹ ਪੈਸਾ ਤੁਹਾਡਾ ਐਨਆਰਓ ਅਕਾਊਂਟ ਜਾਂ ਐਨਆਰਈ ਅਕਾਊਂਟ 'ਚ ਜਮ੍ਹਾਂ ਹੁੰਦਾ ਤਾਂ ਤੁਸੀਂ ਆਪਣਾ ਹਿੰਦੁਸਤਾਨ ਤੋਂ ਇੱਥੇ ਰਿਮਿਟ ਕਰ ਸਕਦੇ ਹੋ ਬਿਨਾਂ ਕਿਸੇ ਹੋਰ ਟੈਕਸ ਪੇਮੈਂਟ ਦੇ। ਕਿਸੇ ਕੋਈ ਵਿਦਹੋਲਡਿੰਗ ਟੈਕਸ ਹੋਰ ਨਹੀਂ ਲੱਗਣਾ ਤੁਹਾਨੂੰ। ਠੀਕ ਹੈ ਚੋਪੜਾ ਜੀ, ਥੈਂਕ ਯੂ ਵੈਰੀ ਮਚ ਇਸ ਇਨਫੋਰਮੇਸ਼ਨ ਦੇ ਲਈ। ਤੇ ਕੀ ਐਨਆਰਆਈਜ਼ ਨੂੰ ਉਹ ਉਹਨਾਂ ਦੇ ਉੱਥੇ ਪ੍ਰੋਪਰਟੀ ਰੈਂਟਲ ਹੈ ਉਹਦਾ ਇਨਕਮ ਆਉਂਦੀ ਹੈ, ਰੈਂਟ ਦੀ ਇਨਕਮ, ਪੈਨਸ਼ਨ ਦੀ ਇਨਕਮ, ਕੋਈ ਪ੍ਰੋਪਰਟੀ ਤੋਂ ਇਨਕਮ ਆਉਂਦੀ ਹੈ, ਅਕਾਊਂਟ 'ਚ ਜਮ੍ਹਾਂ ਹੁੰਦੀ ਹੈ ਐਨਆਰਓ ਅਕਾਊਂਟ 'ਚ, ਤੇ ਐਨਆਰਆਈ ਨੂੰ ਕੀ ਰਿਟਰਨ, ਸਾਲ ਦੀ ਰਿਟਰਨ ਭਰਨੀ ਜ਼ਰੂਰੀ ਹੈ? ਉਹਦਾ ਫਾਇਦਾ ਕੀ ਹੈ? ਉਹਨਾਂ ਨੂੰ ਰਿਫੰਡ ਆਉਂਦਾ ਪੈਸਾ? ਤੇ ਰਿਟਰਨ ਦੇ ਬਾਰੇ ਵੀ ਦੱਸ ਦਿਓ। ਦੇਖੋ, ਰਿਟਰਨ ਤੇ ਭਰਨੀ ਜ਼ਰੂਰੀ ਹੈ। ਅਗਰ ਕੋਈ ਵੀ ਤੁਹਾਨੂੰ ਇਨਕਮ ਇੰਡੀਆ ਚ ਅਕਰੂ ਹੋ ਰਹੀ ਹੈ ਤੇ ਉਹਦੇ ਉੱਤੇ ਜਿਹੜਾ ਵੀ ਤੁਸੀਂ ਟੈਕਸ ਦੇਣਾ, ਜਾਂ ਜਿਹੜੀ ਵੀ ਇਨਕਮ ਹੈ ਉਹ ਤੁਹਾਨੂੰ ਉਹਦਾ ਰਿਟਰਨ ਤੇ ਭਰਨੀ ਪਏਗੀ ਹਰ ਸੂਰਤ, ਨਹੀਂ ਤੇ ਫਿਰ ਤੁਹਾਨੂੰ ਪੈਨਲਟੀਜ਼ ਲੱਗਦੀਆਂ ਰਹਿਣਗੀਆਂ। ਉਹ ਡਿਪੈਂਡ ਕਰੇਗਾ ਫਿਰ ਕਿ ਡਿਫਰੈਂਟ ਕੰਟਰੀਜ਼ ਦੇ ਵਿੱਚ ਡਬਲ ਟੈਕਸੇਸ਼ਨ ਟ੍ਰੀਟੀ ਕੀ ਹੈਗੀ ਹੈ ਡਿਫਰੈਂਟ ਕੰਟਰੀਜ਼ ਦੀ, ਉਹਦਾ ਬੈਨੀਫਿਟ ਮਿਲੇਗਾ ਨਹੀਂ ਮਿਲੇਗਾ ਡਬਲ ਟੈਕਸੇਸ਼ਨ ਦਾ, ਉਹ ਇੱਕ ਬਿਲਕੁਲ ਅਲੱਗ ਮਸਲਾ ਹੈ। ਕਿਉਂਕਿ ਜਿਹੜੀ ਵੀ ਕੰਟਰੀ ਤੁਸੀਂ ਰਹੋਗੇ ਉਹ ਵੀ ਚਾਹੇਗਾ ਕਿ ਮੈਂ ਗਲੋਬਲ ਇਨਕਮ ਦੇ ਉੱਤੇ ਟੈਕਸ ਲੈਣਾ, ਪਰ ਅਗਰ ਉਹਨੇ ਗਲੋਬਲ ਇਨਕਮ ਦੇ ਉੱਤੇ ਟੈਕਸ ਲੈਣਾ ਤੇ ਜਿਹੜਾ ਕਿਸੇ ਨੇ ਟੈਕਸ ਦੂਸਰੀ ਕੰਟਰੀ ਦਿੱਤਾ ਹੋਇਆ ਤੇ ਉਹਦਾ ਬੈਨੀਫਿਟ ਵੀ ਉਹਨੂੰ ਮਿਲਣਾ ਚਾਹੀਦਾ। ਸੋ ਉਹ ਆਪਣੇ ਆਪ 'ਚ ਇੱਕ ਗੱਲ ਰਹੇਗੀ। ਪਰ ਮੇਰੇ ਹਿਸਾਬ ਨਾਲ ਕਿਤੇ ਵੀ ਇਹ ਕੋਈ ਉਹ ਨਹੀਂ ਹੈ ਕਿ ਤੁਸੀਂ ਰਿਟਰਨ ਨਹੀਂ ਭਰਨੀ ਹੈ। ਅਗਰ ਤੁਹਾਨੂੰ ਠੀਕ। ਪੈਨਸ਼ਨ ਆਉਂਦੀ ਹੈ, ਰੈਂਟਲ ਇਨਕਮ ਆਉਂਦੀ ਹੈ, ਉਹਦਾ ਟੀਡੀਐਸ ਵੀ ਕੱਟਿਆ ਜਾਏਗਾ। ਔਰ ਜਿਹੜੇ ਵੀ ਰੇਟਸ ਐਪਲੀਕੇਬਲ ਹੈ, ਔਰ ਜਿਹੜੇ ਰੇਟਸ ਐਪਲੀਕੇਬਲ ਦਾ ਟੀਡੀਐਸ ਕੱਟਿਆ ਜਾਏਗਾ, ਤੁਸੀਂ ਰਿਟਰਨ ਕਰੋਗੇ ਜਿਹੜੀ ਇਨਕਮ ਜਿੰਨੀ ਤੁਹਾਡੀ ਬਣਦੀ ਆ ਉਹਦਾ ਜਿਹੜਾ ਟੈਕਸ ਰੇਟ ਤੁਹਾਨੂੰ ਲੱਗਣਾ ਚਾਹੀਦਾ, ਉਹਦਾ ਟੀਡੀਐਸ ਦਾ ਬੈਨੀਫਿਟ ਮਿਲ ਗਿਆ, ਤੁਸੀਂ ਆਪਣੀ ਰਿਟਰਨ ਭਰ ਦਿਓ। ਠੀਕ ਹੈ ਚੋਪੜਾ ਜੀ, ਟੈਕਸੇਸ਼ਨ ਦੇ ਉੱਪਰ ਸਾਰੀ ਜਾਣਕਾਰੀ ਦਿੱਤੀ, 2000 ਰੁਪਏ ਦੇ ਨੋਟ ਤੇ ਜਾਣਕਾਰੀ ਦਿੱਤੀ, ਆਧਾਰ ਤੇ ਜਾਣਕਾਰੀ ਦਿੱਤੀ, ਐਨਆਰਆਈਜ਼ ਲਈ ਬਹੁਤ ਯੂਸਫੁਲ ਇਨਫੋਰਮੇਸ਼ਨ ਹੈ। ਆਖਰੀ 'ਚ ਜਾਂਦੇ ਜਾਂਦੇ ਇਲੈਕਸ਼ਨਸ ਹੈਗੇ ਆ ਇੰਡੀਆ ਦੇ ਅੰਦਰ ਫੈਡਰਲ ਦੇ, ਤੇ ਐਨਡੀਏ ਵਰਸਸ I.N.I ਐਂਡ ਇੰਡੀਆ, ਸੋ ਕਿੱਦਾਂ ਦੇਖਦੇ ਹੋ, ਕੀ ਪ੍ਰੈਡਿਕਟ ਕਰਦੇ ਹੋ? ਮੈਨੂੰ ਨਹੀਂ ਲੱਗਦਾ ਕੁਛ ਇਹਦੇ ਵਿੱਚ ਪ੍ਰੈਡਿਕਟ ਕਰਨ ਦੀ ਲੰਬੀ ਚੌੜੀ ਗੱਲ ਹੈ। ਕਿਉਂਕਿ ਦੇਖੋ, ਕਿੰਨੀਆਂ ਵੀ ਪਾਰਟੀਆਂ ਇਕੱਠੀਆਂ ਹੋਣ, ਕੋਈ ਲੀਡਰ ਸਾਹਮਣੇ ਹੋਣਾ ਚਾਹੀਦਾ ਹੈ, ਕੋਈ ਨੇਤਾ ਸਾਹਮਣੇ ਹੋਣਾ ਚਾਹੀਦਾ। ਮੇਰੇ ਖਿਆਲ ਚ ਇਸ ਵੇਲੇ ਕੋਈ ਇੰਡੀਵਿਜੂਅਲ ਲੈਵਲ ਤੇ ਇੱਕ ਵੀ ਨੇਤਾ ਮੈਨੂੰ ਐਸਾ ਨਜ਼ਰ ਨਹੀਂ ਆਉਂਦਾ ਜਿਹੜਾ ਕਿ ਮੋਦੀ ਜੀ ਨੂੰ ਚੈਲੰਜ ਕਰ ਸਕੇਗਾ ਕਿਸੇ ਵੇਲੇ। ਮੈਂ ਇਹ ਨਹੀਂ ਕਹਿੰਦਾ ਕਿ ਡੈਫੀਨਿਟਲੀ ਬੀਜੇਪੀ ਆਏਗੀ ਜਾਂ ਇੰਡੀਆ ਆਏਗੀ, ਕੋਈ ਵੀ ਆਏਗਾ, ਪਰ ਅਗਰ ਮੈਂ ਐਜ਼ ਅ ਇੰਡੀਵਿਜੂਅਲ ਲੀਡਰ ਕੋਈ ਦੇਖਦਾ ਜਿਹਦੀ ਮਾਸ ਫੋਲੋਇੰਗ ਹੈ ਇਸ ਵੇਲੇ ਪਬਲਿਕ ਦੇ ਵਿੱਚ, ਇਵਨ ਵਿਦਨ ਬੀਜੇਪੀ ਆਲਸੋ, ਮੇਰੇ ਖਿਆਲ ਕੋਈ ਐਸਾ ਲੀਡਰ ਹੋਰ ਨਹੀਂ ਹੋਏਗਾ ਜਿੰਨੀ ਮਾਸ ਫੋਲੋਇੰਗ ਮੋਦੀ ਜੀ ਦੀ ਹੈ। ਹਾਲਾਂਕਿ ਸ਼ਾਇਦ ਇਕਨੋਮਿਕ ਪਾਲਿਸੀਜ਼ ਦੇ ਉੱਤੇ ਲੋਕਾਂ ਦੇ ਵਿਚਾਰ ਕੁਝ ਹੋਰ ਹੋ ਸਕਦੇ ਆ ਡਿਫਰੈਂਟ ਲੀਡਰਸ ਦੇ ਬਾਰੇ ਦੇ ਵਿੱਚ, ਪਰ ਮੈਨੂੰ ਇਹ ਲੱਗਦਾ ਕਿ ਇਲੈਕਸ਼ਨ ਦਾ ਤਾਂ ਮੋਰਲੈਸ ਇਹ ਕਲੀਅਰ ਹੈ। ਹਾਲਾਂਕਿ ਇਲੈਕਸ਼ਨ ਦੇ ਜਿਸ ਵੇਲੇ ਪ੍ਰੈਡਿਕਸ਼ਨ ਤੁਸੀਂ ਕਰਨੀ ਹੋ ਤੁਹਾਨੂੰ ਸਟੇਟ ਵਾਈਜ਼ ਜਾਣਾ ਪਏਗਾ, ਔਰ ਅਗਰ ਤੁਸੀਂ ਸਟੇਟ ਵਾਈਜ਼ ਚੱਲੋਗੇ ਤੇ ਸਾਊਥ ਦੇ ਵਿੱਚ ਡੈਫੀਨਿਟਲੀ ਬੀਜੇਪੀ ਦੀ ਉਹ ਸਟਰੈਂਥ ਨਹੀਂ ਹੈ ਜਿਹੜੀ ਹੋਣੀ ਚਾਹੀਦੀ, ਪਰ ਨਾਰਥ ਦੇ ਵਿੱਚ ਦੂਸਰੀ ਪਾਰਟੀ ਦੀ ਉਹ ਸਟਰੈਂਥ ਨਹੀਂ। ਔਰ ਯੂਪੀ ਕੱਲਾ ਜਿਹੜਾ ਹੈ 85 ਸੀਟਾਂ ਯੂਪੀ ਦੇ ਵਿੱਚ, ਤੁਸੀਂ ਅਗਰ ਪੂਰੇ ਇਲੈਕਸ਼ਨ ਨੂੰ ਅਗਰ ਤੁਸੀਂ ਤੋੜਨਾ ਮਰੋੜਨਾ ਹੈ ਕਿਤੇ ਵੀ, ਤੇ ਉਹਦੇ 'ਚ 85 ਸੀਟਾਂ ਹੈਗੀਆਂ। ਉਹ 85 ਚੋਂ ਕਿੰਨੀਆਂ ਬੀਜੇਪੀ ਨੇ ਲੈਣੀਆਂ, ਜਿਹੜੀ ਅੱਜ ਦੀ ਪ੍ਰੈਡਿਕਸ਼ਨ ਹੈ ਉਹ ਤਾਂ ਕਹਿੰਦੇ 90% ਜਾਂ 80% ਸੀਟਾਂ ਬੀਜੇਪੀ ਨੂੰ ਆਉਣੀਆਂ। ਤੇ ਇੱਕੋ ਸਟੇਟ ਨੇ ਜਿਹੜੀਆਂ ਇੰਨੀਆਂ ਸੀਟਾਂ ਦੇ ਦੇਣੀ, ਤਾਂ ਬਾਕੀ ਦੇ ਫਿਰ ਜੋ ਵੀ
ਨਾਰਥ ਇੰਡੀਆ ਤੋਂ, ਰਾਜਸਥਾਨ ਤੋਂ ਜਾਂ ਮੱਧ ਪ੍ਰਦੇਸ਼ ਤੋਂ ਜਾਂ ਜਾਂ ਬਾਕੀ ਜਿੰਨੇ ਤੁਹਾਡੇ ਨਾਰਥ ਦੇ ਸਟੇਟ ਹੈਗੇ, ਬਿਹਾਰ ਹੈਗਾ, ਉਹਨਾਂ ਤੋਂ ਸੀਟਾਂ ਮਿਲ ਮਿਲਾ ਕੇ ਪਾਵਰ ਦੇ ਵਿੱਚ ਮੈਨੂੰ ਹੋਰ ਕੋਈ ਲੱਗਦੀ ਨਹੀਂ ਪਾਰਟੀ ਆਉਂਦੀ ਕਿਸੇ ਵੀ ਸੂਰਤ। ਠੀਕ ਹੈ ਅਮਰਜੀਤ ਜੀ, ਥੈਂਕ ਯੂ ਸਾਡੇ ਨਾਲ ਟੈਕਸੇਸ਼ਨ ਦੇ ਬਾਰੇ ਸਾਰੀ ਜਾਣਕਾਰੀ ਸ਼ੇਅਰ ਕਰਨ ਲਈ। ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਆ ਸੀਗੇ ਅਮਰਜੀਤ ਚੋਪੜਾ, ਜਿਹੜੇ ਕਿ ਐਕਸ ਪ੍ਰੈਜ਼ੀਡੈਂਟ ਇੰਡੀਅਨ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਦੇ ਔਰ ਵੱਖ-ਵੱਖ ਗੌਰਮੈਂਟ ਦੀ ਕਮੇਟੀਜ਼ ਬੋਰਡ ਦੇ ਮੈਂਬਰਸ ਵੀ ਹੈ। ਉਹਨਾਂ ਨੇ ਸਾਨੂੰ ਦੱਸਿਆ 2000 ਰੁਪਏ ਦੇ ਨੋਟ ਦੀ ਡੈਡਲਾਈਨ ਜਿਹੜੀ ਹੈ ਉਹ 30 ਸੈਪਟੰਬਰ ਹੈ। ਹਾਲੇ ਗੌਰਮੈਂਟ ਨੇ ਅਨਾਊਂਸ ਨਹੀਂ ਕੀਤਾ ਕਿ ਉਹ ਲੀਗਲ ਟੈਂਡਰ ਨਹੀਂ ਰਹੂਗਾ। ਉਹਦਾ ਮਤਲਬ ਕਿ 30 ਸੈਪਟੰਬਰ ਦੇ ਬਾਅਦ ਵੀ ਆਰਬੀਆਈ ਕੋਲ ਜਾ ਕੇ ਤੁਸੀਂ ਆਪਣਾ ਨੋਟ ਜਮ੍ਹਾਂ ਕਰਾ ਸਕਦੇ ਹੋ। ਲੇਕਿਨ ਅਗਰ ਉਹ ਨੋਟੀਫਿਕੇਸ਼ਨ ਆ ਜਾਂਦੀ ਸਰਕਾਰ ਦੀ, ਫਿਰ ਸ਼ਾਇਦ ਲੀਗਲ ਟੈਂਡਰ ਨਾ ਰਹੇ, ਫਿਰ ਆਰਬੀਆਈ ਤੋਂ ਵੀ ਤੁਸੀਂ ਚੇਂਜ ਨਹੀਂ ਕਰਵਾ ਪਾਓਗੇ। ਬਾਕੀ ਆਧਾਰ ਕਾਰਡ, ਜਿਹੜੇ ਕੈਨੇਡੀਅਨ ਪਾਸਪੋਰਟ ਹੋਲਡਰ ਹੈ, ਆਧਾਰ ਕਾਰਡ ਐਜ਼ ਅ ਆਈਡੀ ਨਹੀਂ ਯੂਜ਼ ਕਰ ਸਕਦੇ, ਸੋ ਉਹਨੂੰ ਯੂਜ਼ ਨਹੀਂ ਕਰਨਾ ਚਾਹੀਦਾ ਆਈਡੀ ਦਾ। ਸੋ ਐਨਆਰਆਈਜ਼ ਜਿਹੜੇ ਹੈ ਉਹ ਆਪਣਾ ਜਿਹੜਾ ਅਕਾਊਂਟ ਹੈ, ਨਾਰਮਲ ਅਕਾਊਂਟ ਨਹੀਂ ਰੱਖ ਸਕਦੇ ਇੰਡੀਆ। ਉਹਨਾਂ ਨੂੰ ਜਿਹੜਾ ਅਕਾਊਂਟ ਹੈ ਐਨਆਰਓ ਜਾਂ ਐਨਆਰ ਹੀ ਰੱਖਣਾ ਪੈਂਦਾ ਹੈ। ਸੇਮ ਅਕਾਊਂਟ ਨੂੰ ਤੁਸੀਂ ਟ੍ਰਾਂਸਫਰ ਕਰ ਸਕਦੇ ਹੋ ਐਨਆਰਈ ਜਾਂ ਐਨਆਰਓ ਦੇ ਅੰਦਰ, ਔਰ ਉਹਦੇ ਅੰਦਰ ਜਿਹੜਾ ਤੁਹਾਡਾ ਟੈਕਸ ਹੈ ਐਜ਼ ਅ ਐਨਆਰਆਈ ਉਹ ਕੱਟਿਆ ਜਾਊਗਾ। ਆਪਣੀ ਰਿਟਰਨ ਜ਼ਰੂਰ ਭਰੋ, ਐਵਰੀ ਈਅਰ ਆਪਣੀ ਰਿਟਰਨ ਫਾਈਲ ਕਰੋ ਤਾਂ ਕਿ ਤੁਹਾਡਾ ਜਿਹੜਾ ਵੀ ਟੈਕਸ ਕੱਟਿਆ ਤੁਹਾਨੂੰ ਰਿਫੰਡ ਆ ਜਾਏ। ਸੋ ਉਮੀਦ ਹੈ ਪ੍ਰੋਗਰਾਮ ਅੱਛਾ ਲੱਗਾ ਹੋਵੇਗਾ। ਫਿਰ ਕਿਸੇ ਗੈਸਟ ਨਾਲ ਰੂਬਰੂ ਜਲਦ ਹੋਵਾਂਗੇ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ ਤੁਹਾਡੇ ਲਈ।